ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੈ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰਿ ਸੁਭਾਆ ਚਿੰਤਾ ਲਾਹੇ ਹਮਾਰੀ ਸਗਲ ਦੁਆਰ ਕਾ ਸੜਕੈ ਗਇਓ ਤੁਹਾਰੋ ਦੁਆਰ ਬਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਜੁਗੋ ਜੁਗ ਅਟਲ ਚਬਰ ਸਤਰ ਤਖਤ ਦੀ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਦਰਬਾਰ ਦੇ ਵਿੱਚ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਰਬੱਤ ਸਿੱਖ ਸੰਗਤ ਧੰਨਤਾ ਦੀ ਜੋਗ ਹੈ ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਵੱਡੇ ਭਾਗਾਂ ਦੀ ਬਦੌਲਤ ਆ ਸੁਭਾਗਾ ਸਮਾਂ ਸਤਿਗੁਰਾਂ ਦੀ ਯਾਦ ਵਿੱਚ ਗੁਜ਼ਾਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੋ ਆਓ ਗੁਰਮੁਖ ਪਿਆਰਿਓ ਰਲ ਮਿਲ ਕੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਬਚਨਾਂ ਦੇ ਨਾਲ ਅੱਜ ਆਪਾਂ ਸਾਂਝ ਪਾਉਣ ਜਾ ਰਹੇ ਹਾਂ ਉਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਅੱਜ ਦੇ ਇਹਨਾਂ ਵਚਨਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਆਓ ਇੱਕ ਇੱਕ ਵਚਨ ਬੜੇ ਧਿਆਨ ਦੇ ਨਾਲ ਸੁਣਨ ਕਰੀਏ। ਗੌੜੀ ਮਹਲਾ ਪੰਜਵਾ ਵੱਡੇ ਵੱਡੇ ਜੋ ਦਿਸੈ ਲੋਗ ਤਿਨਕੋ ਵਿਆਪੈ ਚਿੰਤਾ ਰੋਗ। ਗੌੜੀ ਮਹਲਾ ਪੰਜਵਾ।
बड़े बड़े जो दिसै लोग, तिनको व्यापै चिंता रोग। सतगुरु अर्जन देव महाराज इस शब्द की शुरुआत इन्हां बचनां दे नाल करदे ने। इस शब्द दीयां जो रहाऊ वालियां पंक्तियां ने, उन्हां दे द्वारा सतगुरु सानूं की बख्शिश करदे ने। कौन वड्डा माया वड्याई, सो वड्डा जिन्ना राम लिवलाही रहाओ। कौन वड्डा माया वड्याई, सो वड्डा जिन राम लिवलाई रहाओ। कोई दा भाव हुंदा है, कोई माया वड्याई का भाव हुंदा है माया दे कारण मिली वड्याई दे नाल। जिन दा भाव हुंदा है जिसनों सतगुरु अर्जन देव महाराज इन्हां रहाऊ वालियां पंक्तियां के द्वारा बख्शिश करते हैं। पासा कहते भाई कौन वड्डा माया वड्याई, सो वड्डा जिन राम लिवलाई। पासा कहते हे भाई माया के कारण इस जगत दे विच मिली वड्याई दे नाल कोई मनुख असल विच वड्डा नहीं हुंदा। हुण दुनियादारी के तौर पर असीं वेखीए असीं किहनूं वड्डा समझदे हां। असीं दुनियादारी ते उस मनुख नूं वड्डा समझदे हां जिहदे पास वड्डी जायदाद होवे, वड्डियां वड्डियां कोठियां महल माड़ियां होण, वड्डियां गड्डियां का जिहड़ा मालक होवे, असीं उस नूं दुनियादारी ते वड्डा आदमी समझदे हां। पर सतगुरु अर्जन देव महाराज कहंदे भाई इस माया दे कारण जगत विच मिली वड्याई दे नाल कोई भी मनुख असल विच वड्डा नहीं है। माया दे कारण कोई वड्डा नहीं। वो मनुख वड्डा है जिसने परमात्मा दे नाल अपनी प्रीत लगाई हुई है। दुनिया ते वो वड्डा अमीर आदमी है। सतगुरु अर्जन देव महाराज कहते जिहदा प्यार जिहदी मुहब्बत परमात्मा की बंदगी दे नाल लगी हुई है, लगन लगी हुई है जिसकी, वो मनुख दुनियादारी ते वड्डा है। ते माया के कारण कोई भी मनुख वड्डा नहीं हो सकता। ते सब की शुरुआत सतगुरु अर्जन देव महाराज साहब करते हैं कि बड़े बड़े जो दिसै लोग, तिनको व्यापै चिंता रोग। सतगुरु अर्जन देव महाराज इन्हां वचनां दे नाल बख्शिश करते हैं। बड़े बड़े का भाव हुंदा है साडी निगाह दे विच अमीर दे दसन वाले, दिसा का भाव हुंदा दिसदे ने, तिनको का भाव हुंदा उन्हां नूं, व्यापा का भाव हुंदा दबाई रखदी है। सतगुरु अर्जन देव महाराज कहंदे हे भाई दुनिया दे विच धन प्रभता आदਿਕ ਦੇ नाल ਜਿਹੜੇ ਬੰਦੇ ਵੱਡੇ ਵੱਡੇ ਸਾਨੂੰ ਦਿਸਦੇ ਨੇ ਨਾ,
ਉਹਨਾਂ ਨੂੰ ਤਾਂ ਚਿੰਤਾ ਦਾ ਰੋਗ ਸਦਾ ਦਬਾਈ ਰੱਖਦਾ, ਉਹਨਾਂ ਨੂੰ ਤਾਂ ਚਿੰਤਾ ਰੋਗ ਲੱਗਿਆ ਹੋਇਆ ਹੈ। ਤੇ ਜਿਹੜਾ ਚਿੰਤਾ ਰੋਗ ਹੈ ਉਹ ਮਨੁੱਖ ਨੂੰ ਇੱਕ ਨਾ ਇੱਕ ਦਿਨ ਚਿਖਾੜੇ ਤੱਕ ਲੈ ਜਾਂਦਾ ਹੈ। ਜਿਸ ਤਰ੍ਹਾਂ ਲੱਕੜੀ ਨੂੰ ਘੁਣ ਲੱਗ ਜਾਂਦਾ ਹੈ ਨਾ, ਇਸੇ ਤਰ੍ਹਾਂ ਇਹਨਾਂ ਲੋਕਾਂ ਨੂੰ ਚਿੰਤਾ ਦਾ ਰੋਗ ਅੰਦਰੋਂ ਅੰਦਰੀ ਖਾ ਜਾਂਦਾ ਹੈ। ਲੱਕੜ ਭਾਵੇਂ ਬਾਹਰੋਂ ਸੋਹਣੀ ਦਿਸਦੀ ਹੋਵੇ, ਪਰ ਉਸ ਲੱਕੜ ਨੂੰ ਜਦੋਂ ਅੰਦਰੋਂ ਘੁਣ ਲੱਗ ਜਾਂਦਾ ਤੇ ਉਹ ਲੱਕੜ ਅੰਦਰੋਂ ਖੋਖਲੀ ਹੋ ਜਾਂਦੀ ਹੈ, ਥੋਥੀ ਹੋ ਜਾਂਦੀ ਹੈ। ਤੇ ਇਹੀ ਹਾਲਤ ਉਹਨਾਂ ਵੱਡੇ ਦਿਸਣ ਵਾਲੇ ਲੋਕਾਂ ਦੀ ਹੈ। ਦੁਨੀਆ ਵਿੱਚ ਜਿਹੜੇ ਧਨ ਪ੍ਰਾਪਤਾ ਦੇ ਕਾਰਨ ਵੱਡੇ ਵੱਡੇ ਸਾਨੂੰ ਦਿਸਦੇ ਨੇ, ਉਹਨਾਂ ਮਨੁੱਖਾਂ ਨੂੰ ਵੀ ਗੁਰੂ ਪਾਤਸ਼ਾਹ ਕਹਿੰਦੇ ਚਿੰਤਾ ਰੋਗ ਹਰ ਵੇਲੇ ਦਬਾਈ ਰੱਖਦਾ ਹੈ। ਚਿੰਤਾ ਰੋਗ ਆਪਣਾ ਉਹਨਾਂ ਤੇ ਪ੍ਰਭਾਵ ਪਾਈ ਰੱਖਦਾ ਹੈ। ਸੁਣੋ ਅਗਲੇ ਵਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਭੂਮੀਆ ਭੂਮਾ ਉਪਰ ਨਿਤ ਲੁਜੈ ਹੈ, ਛੋੜ ਚਲਾਏ ਤ੍ਰਿਸ਼ਨਾ ਨਹੀਂ ਬੁਝੈ ਹੈ। ਭੂਮੀਆ ਭੂਮ ਉਪਰ ਨਿਤ ਲੁਜੈ, ਛੋੜ ਚੱਲੈ ਤ੍ਰਿਸ਼ਨਾ ਨਹੀਂ ਬੁਝੈ। ਭੂਮੀਆਂ ਦਾ ਭਾਵ ਹੁੰਦਾ ਹੈ ਜ਼ਮੀਨ ਦਾ ਮਾਲਕ। ਭੂਮ ਉੱਪਰ ਦਾ ਭਾਵ ਹੁੰਦਾ ਹੈ ਜ਼ਮੀਨ ਦੀ ਖਾਤਰ। ਲੁੱਜਾ ਦਾ ਭਾਵ ਹੁੰਦਾ ਹੈ ਲੜਦਾ ਹੈ, ਲੜਾਈ ਝਗੜਾ ਕਰਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਭਾਈ, ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ ਮਾਲਕੀ ਦੀ ਖਾਤਰ ਹੋਰਨਾਂ ਦੇ ਨਾਲ ਸਦਾ ਲੜਦਾ ਝਗੜਦਾ ਰਹਿੰਦਾ ਹੈ। ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ ਮਾਲਕੀ ਦੀ ਖਾਤਰ ਹੋਰਾਂ ਦੇ ਨਾਲ ਲੜਾਈ ਝਗੜੇ ਕਰਦਾ ਰਹਿੰਦਾ ਹੈ। ਪਰ ਇਹ ਜ਼ਮੀਨ ਇੱਥੇ ਹੀ ਛੱਡ ਕੇ ਆਖਰ ਇੱਥੋਂ ਮਨੁੱਖ ਤੁਰ ਪੈਂਦਾ ਹੈ। ਸਭ ਜ਼ਮੀਨ ਜਾਇਦਾਦ ਛੱਡ ਕੇ ਆਖਰ ਨੂੰ ਇਸ ਦੁਨੀਆ ਤੋਂ ਇਹ ਮਨੁੱਖ ਤੁਰ ਪੈਂਦਾ ਹੈ। ਇਹ ਕਹਿੰਦਾ ਮੇਰੀ ਜ਼ਮੀਨ ਹੈ, ਮੈਂ ਇਹਦਾ ਮਾਲਕ ਹੈ। ਪਰ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ, ਇੱਥੇ ਤੇਰਾ ਕੁਝ ਵੀ ਨਹੀਂ ਹੈ। ਜਿਹੜੇ ਮੇਰੀ ਮੇਰੀ ਕਰਨ ਵਾਲੇ ਸੀ ਉਹ ਵੀ ਇੱਥੋਂ ਇੱਕ ਦਿਨ ਸਭ ਕੁਝ ਛੱਡ ਕੇ ਖਾਲੀ ਹੱਥ ਨੰਗੇ ਪੈਰ ਦੁਨੀਆ ਤੋਂ ਕੂਚ ਕਰ ਗਏ। ਭਗਤ ਨਾਮਦੇਵ ਸਾਹਿਬ ਜੀ ਦੇ ਬਚਨ ਨੇ ਨਾ कि मेरी मेरी कैरों करते दरजोजन से भाई, 12 जोजन छत्र चला था देही गर्जन खाई। भगत नामदेव साहब कहते हे भाई, जिन्हां कौरवां दे दरजोजन वर्गे बली भरा सन, वो भी ये मान करते रहे कि साडी पातशाही पांडु की लगते ने इस धरती दे। पातशाह कहते 12 जोजन सत्र चलै था देही गर्जन खाई। कुरुक्षेत्र दे जंग वेले साध संगत जी 48 कोहां दे विच उन्हां दी फौज दा खिलारा सी, एड्डी वड्डी फौज सी उन्हां दी। पर किधर गई वो बादशाही
ਕਿੱਧਰ ਗਿਆ ਉਹ ਸਤਰ। ਕੁਰੂਕਸ਼ੇਤਰ ਦੀ ਜੰਗ ਦੇ ਵਿੱਚ ਗਿਰਜਾ ਨੇ ਉਹਨਾਂ ਦੀਆਂ ਲੋਥਾਂ ਖਾਧੀਆਂ ਸਾਧ ਸੰਗਤ ਜੀ, ਮੇਰੀ ਮੇਰੀ ਕਰਨ ਵਾਲਿਆਂ ਦੀਆਂ। ਫਿਰ ਪਾਤਸ਼ਾਹ ਕਹਿੰਦੇ ਸਰਬ ਸੋਨੀ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਹੇ ਭਾਈ, ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਸੋਨੇ ਦੀ ਬਣੀ ਹੋਈ ਸੀ। ਦੇਖ, ਸਾਰੀ ਲੰਕਾ ਸੋਨੇ ਦੀ ਬਣੀ ਹੋਈ ਸੀ। ਉਸ ਦੇ ਮਹਿਲਾਂ ਦੇ ਦਰਵਾਜ਼ੇ ਤੇ ਹਾਥੀ ਵੱਜੇ ਖਲੋਤੇ ਸਨ। ਪਰ ਆਖਰ ਕੀ ਹੋਇਆ? ਇੱਕ ਪਲ ਦੇ ਵਿੱਚ ਹੀ ਸਭ ਕੁਝ ਪਰਾਇਆ ਹੋ ਗਿਆ। ਸਾਧ ਸੰਗਤ ਜੀ, ਹੇ ਭਾਈ, ਤੇਰਾ ਇਸ ਦੁਨੀਆ ਤੇ ਕੋਈ ਵੀ ਪਦਾਰਥ ਆਪਣਾ ਨਹੀਂ। ਪਾਤਸ਼ਾਹ ਕਹਿੰਦੇ ਜ਼ਮੀਨ ਦਾ ਮਾਲਕ ਭੁਲੇਖੇ ਦੇ ਵਿੱਚ ਆਪਣੀ ਮਾਲਕੀ ਦੀ ਖਾਤਰ ਹੋਰਾਂ ਦੇ ਨਾਲ ਲੜਦਾ ਫਿਰਦਾ ਹੈ, ਝਗੜੇ ਕਰਦਾ ਫਿਰਦਾ ਹੈ। ਪਰ ਉਹਨੂੰ ਇਹ ਨਹੀਂ ਪਤਾ ਵੀ ਆਹ ਸਾਰੀ ਜ਼ਮੀਨ ਜਾਇਦਾਦ ਛੱਡ ਕੇ ਇੱਕ ਦਿਨ ਦੁਨੀਆ ਤੋਂ ਵੀ ਚਲੇ ਜਾਣਾ ਹੈ। ਕਾਹਦੀ ਖਾਤਰ ਲੜਾਈ ਝਗੜੇ ਕਰਦਾ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਸਾਧ ਸੰਗਤ ਜੀ, ਮਨੁੱਖ ਇਸ ਜ਼ਮੀਨ ਜਾਇਦਾਦ ਦੀ ਖਾਤਰ, ਆਪਾਂ ਅਖਬਾਰਾਂ ਦੇ ਵਿੱਚ ਰੋਜ਼ਾਨਾ ਹੀ ਪੜ੍ਹਦੇ ਹਾਂ ਨਾ, ਆਸੇ ਪਾਸੇ ਦੀਆਂ ਘਟਨਾਵਾਂ ਸੁਣਦੇ ਆ ਕਿ ਜ਼ਮੀਨ ਦੀ ਖਾਤਰ ਭਾਈ ਵੱਲੋਂ ਆਪਣੇ ਭਾਈ ਦਾ ਕਤਲ ਕਰ ਦਿੱਤਾ ਗਿਆ। ਜ਼ਮੀਨ ਦੀ ਖਾਤਰ ਪੁੱਤਰ ਵੱਲੋਂ ਪਿਤਾ ਨੂੰ ਗੋਲੀ ਮਾਰ ਦਿੱਤੀ ਗਈ। ਜ਼ਮੀਨ ਦੀ ਖਾਤਰ ਭੈਣ ਨੇ ਆਪਣੇ ਭਰਾ ਦਾ ਕਤਲ ਕਰਵਾ ਦਿੱਤਾ। ਇਹ ਗੱਲ ਆਮ ਜੀ ਹੋਈ ਪਈ ਹੈ ਸਾਧ ਸੰਗਤ ਜੀ। ਦੁਨੀਆਦਾਰ ਤੇ ਅਖਬਾਰਾਂ ਵਿੱਚ ਪੜ੍ਹਦੇ ਹਾਂ, ਆਂਢ ਗੁਆਂਢਾਂ ਵਿੱਚੋਂ ਅਸੀਂ ਨਗਰਾਂ ਦੇ ਵਿੱਚੋਂ ਹੋਰ ਸੁਣਦੇ ਹਾਂ ਇਹ ਜਿਹੀਆਂ ਘਟਨਾਵਾਂ। ਪਰ ਇਹ ਮਨੁੱਖ ਸਮਝਦਾ ਹੀ ਨਹੀਂ। ਇਹ ਮਨੁੱਖ ਨਹੀਂ ਸਮਝਦਾ ਕਿ ਜਿਸ ਜ਼ਮੀਨ ਦੀ ਖਾਤਰ ਮੈਂ ਲੜਾਈ ਝਗੜਾ ਕਰ ਰਿਹਾ ਹਾਂ, ਇਹ ਸਾਰੀ ਦੀ ਸਾਰੀ ਛੱਡ ਕੇ ਇੱਕ ਦਿਨ ਮੈਂ ਤੋਂ ਤੁਰ ਜਾਣਾ ਹੈ। ਪਰ ਸਾਰੀ ਉਮਰ ਉਸ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਮਿਟਦੀ ਮਨੁੱਖ ਦੀ, ਵੀ ਮੈਂ ਇਹਦਾ ਮਾਲਕ ਹੈ, ਇਹ ਜ਼ਮੀਨ ਜਾਇਦਾਦ ਮੇਰੀ ਹੈ। ਆਹ ਤ੍ਰਿਸ਼ਨਾ ਮਨੁੱਖ ਦੀ ਸਤਿਗੁਰੂ ਕਹਿੰਦੇ ਸਾਰੀ ਉਮਰ ਹੀ ਨਹੀਂ ਮੁੱਕਦੀ। ਸੁਣੋ ਅਗਲੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਕਾਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀ ਛੁਟਕਾਰਾ। ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੀ ਨਾਨਕ ਆਖ ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ। ਬੜੀ ਸੋਚ ਵਿਚਾਰ ਦੇ ਪਿੱਛੋਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ। ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ। ਤੇ ਜਦ ਤੱਕ ਮਾਇਆ ਦਾ ਮੋਹ ਕਾਇਮ ਹੈ, ਤਦ ਤੱਕ ਮਨੁੱਖ ਦਾ ਬਿੱਤ ਨਿੱਕਾ ਜਿਹਾ ਹੀ ਰਹਿੰਦਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿੰਨਾ ਚਿਰ ਇਹ ਮਾਇਆ ਦੇ ਨਾਲ ਜੁੜਿਆ ਰਹੇਗਾ, ਉਦੋਂ ਤੱਕ ਮਨੁੱਖ ਦਾ ਬਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ, ਵੱਡਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਇਹ ਅਸੀਂ ਵਿਚਾਰ ਕੇ ਨਾ ਇਹ ਕੰਮ ਦੀ ਗੱਲ ਲੱਭੀ ਹੈ ਅਸੀਂ, ਵੀ ਇਹ ਛੁਟਕਾਰਾ ਹੋਣਾ ਤੇਰਾ, ਤਾਂ ਉਹ ਪਰਮਾਤਮਾ ਦੀ ਬੰਦਗੀ ਦੇ ਨਾਲ ਤੇਰਾ ਛੁਟਕਾਰਾ ਹੋਣਾ ਹੈ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ।
ਗੌੜੀ ਮਹਲਾ ਪੰਜਵਾ। ਪੂਰਾ ਮਾਰਗ ਪੂਰਾ ਇਸਨਾਨ, ਸਭ ਕਿਸ ਪੂਰਾ ਹਿਰਦੈ ਨਾਮ। ਗੌੜੀ ਮਹਲਾ ਪੰਜਵਾ। ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕਿਸ ਪੂਰਾ ਹਿਰਦੈ ਨਾਮ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਵਚਨਾਂ ਦੇ ਨਾਲ ਕਰਦੇ ਨੇ ਤੇ ਆਪਾਂ ਵਿਚਾਰ ਕਰਾਂਗੇ ਰਹਾਉ ਵਾਲੀਆਂ ਪੰਕਤੀਆਂ ਤੋਂ ਲੈ ਕੇ। ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਉਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਪੂਰੀ ਰਹੀ ਜਾ ਪੂਰੈ ਰਾਖੀ, ਪਾਰ ਬ੍ਰਹਮ ਕੀ ਸਰਨ ਜਨ ਤਾਕੀ ਰਹਾਉ। ਪੂਰੀ ਰਹੀ ਜਾ ਪੂਰੈ ਰਾਖੀ, ਪਾਰ ਬ੍ਰਹਮ ਕੀ ਸਰਨ ਜਨ ਤਾਕੀ ਰਹਾਉ। ਪਾਤਸ਼ਾਹ ਕਹਿੰਦੇ ਪੂਰੇ ਗੁਰੂ ਦੀ ਮਿਹਰ ਦੇ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਸਭ ਕਾਰ ਵਿਹਾਰ ਵਿੱਚ ਪਰਮਾਤਮਾ ਦਾ ਆਸਰਾ ਲਈ ਰੱਖਿਆ ਤੇ ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ। ਪੂਰੇ ਗੁਰੂ ਦੀ ਮਿਹਰ ਦੇ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਸਭ ਕਾਰ ਵਿਹਾਰ ਦੇ ਵਿੱਚ ਪਰਮਾਤਮਾ ਦਾ ਆਸਰਾ ਲਈ ਰੱਖਿਆ ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ, ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ ਹੋਈ ਹੈ। ਸਭ ਕਿਸ ਪੂਰਾ ਹਿਰਦੈ ਨਾਮ, ਪੂਰੀ ਜਾਕੀ ਜਾ ਪੂਰਾ ਰਾਖੀ, ਪਾਰ ਬ੍ਰਹਮ ਕੀ ਸਰਨ ਜਨ ਰਾਖੀ। ਗੁਰੂ ਉਹਨਾਂ ਦੀ ਲਾਜ ਰੱਖਦਾ ਹੈ। ਜਿਹੜੇ ਹਰ ਕੋਈ ਵੀ ਕਾਰਜ ਹੋਵੇ, ਦੁਨਿਆਵੀ ਕਾਰਜ ਭਾਵੇਂ ਅਸੀਂ ਗੁਰੂ ਦਾ ਆਸਰਾ ਲੈ ਕੇ ਕਰੀਏ ਨਾ ਤੇ ਗੁਰੂ ਕਿਰਪਾ ਕਰ ਦਿੰਦਾ ਹੈ। ਗੁਰੂ ਕਿਰਪਾ ਕਰਕੇ ਫਿਰ ਆਪਣੇ ਸੇਵਕ ਦੀ ਲਾਜ ਰੱਖਦਾ ਹੈ। ਜਦੋਂ ਅਸੀਂ ਗੁਰੂ ਦੇ ਬਣ ਕੇ ਚੱਲਾਂਗੇ, ਗੁਰੂ ਦੀ ਸਿੱਖਿਆ ਦੇ ਅਨੁਸਾਰ ਤੁਰਨ ਦਾ ਯਤਨ ਕਰਾਂਗੇ ਤੇ ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਇਹਨਾਂ ਵਚਨਾਂ ਦੇ ਨਾਲ ਕਰਦੇ ਨੇ ਕਿ ਪੂਰਾ ਮਾਰਗ ਪੂਰਾ ਇਸ਼ਨਾਨ, ਸਭ ਕਿਸ ਪੂਰਾ ਹਿਰਦੈ ਨਾਮ। ਪਾਤਸ਼ਾਹ ਕਹਿੰਦੇ ਗੁਰੂ ਦੀ ਮਿਹਰ ਦੇ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਨਾ, ਉਸ ਦਾ ਹਰੇਕ ਉਦਮ ਉਕਾਈਹੀਨ ਹੁੰਦਾ ਹੈ, ਕਿਉਂਕਿ ਪਰਮਾਤਮਾ ਦਾ ਨਾਮ ਹੀ ਜੀਵਨ ਦਾ ਸਹੀ ਰਸਤਾ ਹੈ। ਨਾਮ ਹੀ ਅਸਲ ਤੀਰਥ ਇਸ਼ਨਾਨ ਹੈ ਮਨੁੱਖ ਦੇ ਵਾਸਤੇ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਅਗਲੇ ਬਚਨਾਂ ਦੇ ਦੁਬਾਰਾ ਫਿਰ ਬਖਸ਼ਿਸ਼ ਕਰਦੇ ਨੇ। ਪੂਰਾ ਸੁਖ ਪੂਰਾ ਸੰਤੋਖ, ਪੂਰਾ ਤਪ ਪੂਰਨ ਰਾਜ ਜੋਗ। ਪੂਰਾ ਸੁਖ ਪੂਰਾ ਸੰਤੋਖ, ਪੂਰਾ ਤਪ ਪੂਰਨ ਰਾਜ ਜੋਗ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਗੁਰੂ ਦੀ ਮਿਹਰ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਹੈ ਨਾ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ, ਉਹ ਸਦਾ ਲਈ ਆਤਮਿਕ ਆਨੰਦ ਮਾਣਦਾ ਹੈ। ਸੰਤੋਖ ਵਾਲਾ ਜੀਵਨ ਉਹ ਬਿਤਾਉਂਦਾ ਹੈ। ਪਰਮਾਤਮਾ ਦੀ ਸ਼ਰਨ ਹੀ ਉਸ ਦੇ ਵਾਸਤੇ ਅਭੁੱਲ ਤਪ ਹੈ।
ਉਹ ਪੂਰਨ ਰਾਜ ਵੀ ਮਾਣਦਾ ਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਉਹ ਮਨੁੱਖ ਸਦਾ ਹੀ ਜੁੜਿਆ ਰਹਿੰਦਾ ਹੈ। ਜਿਹੜਾ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ, ਗੁਰੂ ਦੀ ਸਿੱਖਿਆ ਦੇ ਅਨੁਸਾਰ ਜਿਹੜਾ ਮਨੁੱਖ ਚੱਲਣ ਦਾ ਯਤਨ ਕਰਦਾ ਹੈ, ਪੂਰਾ ਸੁੱਖ, ਪੂਰਾ ਸੰਤੋਖ, ਪੂਰਾ ਤਪ, ਪੂਰਨ ਰਾਜ ਜੋਗ। ਸੁਣੋ ਅਗਲੇ ਬਚਨ। ਹਰ ਕੈ ਮਾਰਗ ਪਤ ਤੁਪਨੀਤਾ, ਪੂਰੀ ਸੋਪਾ ਪੂਰਾ ਲੋਕੀ ਕਾ। ਹਰ ਕੈ ਮਾਰਗ ਪਤ ਤੁਪਨੀਤ, ਪੂਰੀ ਸੋਭਾ ਪੂਰਾ ਲੌਕਿਕ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਰਾਹ ਤੇ ਤੁਰਦੇ ਨੇ, ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਜਾਂਦਾ, ਮਿਹਰ ਦੀ ਨਜ਼ਰ ਕਰਦਾ ਜਿਨ੍ਹਾਂ ਤੇ, ਗੁਰੂ ਦੀ ਮਿਹਰ ਦੇ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਰਾਹ ਉਤੇ ਤੁਰਦੇ ਨੇ, ਉਹ ਪਹਿਲਾਂ ਬੇਕਾਰਾਂ ਵਿੱਚ ਡਿੱਗੇ ਹੋਏ ਵੀ ਹੁਣ ਪਵਿੱਤਰ ਹੋ ਜਾਂਦੇ ਨੇ। ਭਾਵ ਹੁਣ ਆਪਾਂ ਕਿੰਨਿਆਂ ਭਗਤਾਂ ਦੀਆਂ ਉਦਾਹਰਨਾਂ ਲੈ ਲਈਏ ਸਾਧ ਸੰਗਤ ਜੀ, ਜਿਨ੍ਹਾਂ ਨੇ ਪਹਿਲੇ ਜਨਮ ਦੇ ਪਹਿਲੇ ਸਮੇਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਬੜੇ ਪਾਪ ਕਮੀਤੇ। ਗਣਕਾ ਵਰਗੀਆਂ ਹੋ ਗਏ, ਸਦਨੇ ਕਸਾਈ ਵਰਗੇ ਹੋ ਗਏ, ਅਜਾਮਲ ਪਾਪੀ ਵਰਗੇ ਹੋ ਗਏ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੇ ਬੇਕਾਰ ਕੀਤੇ ਪਹਿਲਾਂ, ਪਰ ਜਦੋਂ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜੇ ਤੇ ਸੋਹਣੇ ਜੀਵਨ ਵਾਲੇ ਬਣ ਗਏ। ਉਹ ਸੋਹਣੇ ਜੀਵਨ ਵਾਲੇ ਬਣ ਗਏ। ਪਰ ਸਤਿਗੁਰੂ ਕਹਿੰਦੇ ਜਿਹੜੇ ਗੁਰੂ ਦੀ ਮਿਹਰ ਦੇ ਨਾਲ ਮਨੁੱਖ ਪਰਮਾਤਮਾ ਦੇ ਰਾਹ ਤੇ ਤੁਰਦੇ ਨੇ, ਉਹ ਪਹਿਲਾਂ ਵਿਕਾਰਾਂ ਵਿੱਚ ਡਿੱਗੇ ਹੋਏ ਵੀ ਜਦੋਂ ਬਾਅਦ ਵਿੱਚ ਗੁਰੂ ਦੀ ਬੰਦਗੀ ਦੇ ਨਾਲ, ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜਦੇ ਨੇ, ਫਿਰ ਉਹ ਸੋਹਣੇ ਜੀਵਨ ਵਾਲੇ, ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ। ਉਹ ਮਨੁੱਖ ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਸਦਾ ਲਈ ਫਿਰ ਸ਼ੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਭਾਵੇਂ ਪਹਿਲੇ ਜੀਵਨ ਦੇ ਵਿੱਚ ਮਾੜੇ ਕਰਮ ਕੀਤੇ, ਜਦੋਂ ਬੰਦਗੀ ਦੇ ਨਾਲ ਜੁੜੇ, ਪਰਮਾਤਮਾ ਦੇ ਨਾਲ ਜੁੜੇ, ਫਿਰ ਉਹਨਾਂ ਦੀ ਸ਼ੋਭਾ ਲੋਕ ਪਰਲੋਕ ਦੇ ਵਿੱਚ ਖਿਲਰ ਗਈ। ਸਾਧ ਸੰਗਤ ਜੀ, ਲੋਕਾਂ ਦੇ ਨਾਲ ਉਹਨਾਂ ਦਾ ਵਰਤਨ ਵਿਹਾਰ ਸੋਹਣਾ ਬਣ ਗਿਆ, ਸੁਚੱਜਾ ਬਣ ਗਿਆ। ਪਹਿਲਾਂ ਜਿਹੜਾ ਮਾੜਾ ਵਿਹਾਰ ਸੀ, ਬਾਅਦ ਵਿੱਚ ਜਦੋਂ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜੇ, ਫਿਰ ਸੋਹਣਾ ਵਿਹਾਰ ਬਣ ਗਿਆ ਉਹਨਾਂ ਲੋਕਾਂ ਦਾ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ। ਕਰਨਹਾਰ ਸਦ ਬਸਾਏ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਕਰਨਹਾਰ ਸਬਦ ਬਸੈ ਹਦੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਹੇ ਨਾਨਕ, ਆਖ ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ ਨਾ, ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ, ਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਫਿਰ ਅੰਗ ਸੰਗ ਵਸਦਾ ਰਹਿੰਦਾ ਹੈ। ਉਹਨੂੰ ਮਾੜਿਆਂ ਕਰਮਾਂ ਤੋਂ ਬਚਾਉਂਦਾ ਰਹਿੰਦਾ ਹੈ, ਉਹਨੂੰ ਸਿੱਧੇ ਪਾਸੇ ਤੋਰਨ ਦਾ ਉਹ ਗੁਰੂ ਯਤਨ ਕਰਦਾ ਹੈ, ਚੰਗੇ ਰਸਤੇ ਤੋਂ ਤੋਰਨ ਦਾ ਉਹਨਾਂ ਨੂੰ ਯਤਨ ਕਰਦਾ ਹੈ, ਜਿਨ੍ਹਾਂ ਤੇ ਅਭੁੱਲ ਗੁਰੂ ਮਿਹਰ ਦੀ ਨਜ਼ਰ ਕਰਦਾ ਹੈ। ਇਸੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਕੱਲ੍ਹ ਤੋਂ ਫੇਰ ਅਗਲੇ ਬਚਨਾਂ ਦੇ ਨਾਲ ਸਾਂਝ ਪਾਵਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਬਚਨ ਸਾਂਝੀ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ, ਜੋ ਆਪ ਜੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ। ਸਾਰੀਆਂ ਹੋਈਆਂ ਭੁੱਲਾਂ ਦੀ ਖਿਮਾ